हेलो स्टूडेंट्स, अज आप थर्ड चैप्टर पढ़ांगे बेटा। थिंकिंग आउट ऑफ द बॉक्स, लेटरल थिंकिंग। देखो जो आप ਇਹਦਾ टाइटल पढ़ते हैं आगे, थिंकिंग आउट ऑफ द बॉक्स। थिंकिंग आउट ऑफ द बॉक्स ਹੁੰਦਾ बेटा ਨਵੇਂ ਤਰੀਕੇ ਨਾਲ ਕੁਝ ਸੋਚਣਾ। ਠੀਕ ਹੈ, ਇੱਕ ਤਾਂ ਹੈ ਜਿੱਦਾਂ ਅਸੀਂ ਅਕਸਰ ਦੂਜਿਆਂ ਨੂੰ ਫੋਲੋ ਕਰਦੇ ਹਾਂ। ਥਿੰਕਿੰਗ ਆਊਟ ਆਫ ਦ ਬਾਕਸ ਹੁੰਦਾ ਜਦੋਂ ਅਸੀਂ ਇੱਕ ਡਿਫਰੈਂਟ ਤਰੀਕੇ ਦੇ ਨਾਲ ਬਾਕੀਆਂ ਨਾਲੋਂ ਹਟ ਕੇ ਕਿਸੇ ਚੀਜ਼ ਨੂੰ ਡੀਲ ਕਰਦੇ ਹਾਂ। ਦੈਟ ਇਜ਼ ਕਾਲਡ ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਦਾ ਮੀਨਿੰਗ ਹੈ ਬੇਟਾ ਟੂ ਸੋਲਵ ਆ ਪ੍ਰੋਬਲਮ ਇਨਡਾਇਰੈਕਟਲੀ ਐਂਡ ਇਨ ਅ ਕ੍ਰੀਏਟਿਵ ਵੇ। ਇੱਕ ਨਵੇਂ ਤਰੀਕੇ ਦੇ ਨਾਲ ਕਿਸੇ ਵੀ ਪ੍ਰੋਬਲਮ ਨੂੰ ਸੋਰਟ ਆਊਟ ਕਰਨਾ, ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ, ਉਹਨੂੰ ਲੇਟਰਲ ਥਿੰਕਿੰਗ ਕਿਹਾ ਜਾਂਦਾ ਹੈ। So it's a very interesting chapter. Let's read it. Many years ago, in a small Indian village, a farmer had the misfortune of owing a large sum of money to a village moneylender. ਤਾਂ ਇੱਕ ਛੋਟੇ ਜਿਹੇ ਇੰਡੀਆ ਦੇ ਵਿਲੇਜ ਦੀ ਗੱਲ ਕਰਦੇ ਬੇਟੇ। ਕੋਈ ਫਾਰਮਰ ਸੀ ਤੇ ਉਹਨੇ ਵਿਲੇਜ ਦਾ ਜੋ ਮਨੀ ਲੈਂਡਰ ਸੀ ਉਹਨੂੰ ਕਾਫੀ ਸਾਰਾ ਜਿਹੜਾ ਸੀ ਪੈਸਾ ਦੇਣਾ ਸੀ, ਮਤਲਬ ਕਿ ਉਹ ਕਰਜ਼ਾਈ ਸੀਗਾ। ਉਹਨੇ ਜੋ ਪਿੰਡ ਦਾ ਮਨੀ ਲੈਂਡਰ ਸੀ ਉਹਦੇ ਕੋਲੋਂ ਕਾਫੀ ਸਾਰਾ ਪੈਸਾ ਲੈ ਰੱਖਿਆ ਸੀਗਾ ਕਰਜ਼ੇ ਦੇ ਤੌਰ ਤੇ ਹੁਣ ਉਹ ਕਰਜ਼ਾ ਉਹਨੇ ਵਾਪਸ ਕਰਨਾ ਸੀ। ਮਨੀ ਲੈਂਡਰ who was old and ugly fancied the farmer's beautiful daughter. ਮਨੀ ਲੈਂਡਰ ਜੋ ਸੀ ਬੇਟੇ ਉਹ ਬੁੱਢਾ ਸੀ ਔਰ ਬਦਸੂਰਤ ਸੀ, ਪਰ ਉਹ ਫਾਰਮਰ ਦੀ ਖੂਬਸੂਰਤ ਬੇਟੀ ਨੂੰ ਲੈ ਕੇ ਕਾਫੀ ਜ਼ਿਆਦਾ ਸੋਚਦਾ ਸੀਗਾ। ਫੈਂਸਿਡ ਹੁੰਦਾ ਹੈ ਬੇਟੇ ਅਟਰੈਕਟਿਵ ਹੋਣਾ, ਕਿਸੇ ਪ੍ਰਤੀ ਆਕਰਸ਼ਿਤ ਹੋਣਾ। ਸੋ ਹੀ ਪ੍ਰਪੋਜ਼ਡ ਅ ਬਾਰਗੇਨ। ਇਸ ਲਈ ਉਹਨੇ ਇੱਕ ਸੌਦਾ ਕਰਨ ਬਾਰੇ ਸੋਚਿਆ। He said he would forego the farmer's debt if he could marry the farmer's daughter. ਤੇ ਉਹਨੇ ਕਿਹਾ, ਕਹਿੰਦਾ ਕਿ ਮੈਂ ਕਿਸਾਨ ਦਾ ਕਰਜ਼ਾ ਜਿਹੜਾ ਹੈ ਉਹਨੂੰ ਮਾਫ ਕਰ ਦੇਵਾਂਗਾ। ਕਿਸਾਨ ਨੂੰ ਜੋ ਕਰਜ਼ਾ ਉਹਨੇ ਮੇਰੇ ਕੋਲੋਂ ਲਿਆ ਹੋਇਆ, ਕੋਈ ਵੀ ਪੈਸਾ ਵਾਪਸ ਕਰਨ ਦੀ ਲੋੜ ਨਹੀਂ ਹੈਗੀ ਜੇ ਉਹ ਆਪਣੀ ਬੇਟੀ ਨੂੰ ਮਨੀ ਲੈਂਡਰ ਦੇ ਨਾਲ ਵਿਆਹ ਦੇਵੇ। Both the farmer and his daughter were horrified by the proposal. ਉਹਦਾ ਇਹ ਪ੍ਰਪੋਜ਼ਲ ਸੁਣ ਕੇ ਫਾਰਮਰ ਤੇ ਉਹਦੀ ਬੇਟੀ ਤਾਂ ਡਰ ਗਏ, ਹੈਰਾਨ ਰਹਿ ਗਏ, ਕਿਉਂਕਿ ਉਹ ਇੱਕ ਬੁੱਢਾ ਤੇ ਬਦਸੂਰਤ ਇੱਕ ਬੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਬੇਟੇ ਆਦਮੀ ਸੀਗਾ ਜਿਹੜਾ ਕਿ ਫਾਇਦਾ ਉਠਾ ਰਿਹਾ ਸੀ ਇੱਕ ਗਰੀਬ ਕਿਸਾਨ ਤੇ ਉਹਦੀ ਭੋਲੀ ਭਾਲੀ ਬੇਟੀ ਦਾ। So the cunning money lender suggested that they let Providence decide the matter. ਤਾਂ ਹੁਣ ਇਹ ਮਨੀ ਲੈਂਡਰ ਚਲਾਕ ਵੀ ਬੜਾ ਸੀ, ਮਕਾਰ। ਕਨਿੰਗ ਹੁੰਦਾ ਬੇਟੇ ਮਕਾਰ, ਚਲਾਕ ਨਾਲੋਂ ਵੀ ਅਗਲੀ ਡਿਗਰੀ ਆ ਜਾਂਦੀ ਹੈ ਜਿਹਨੂੰ ਅਸੀਂ ਮਕਾਰ ਕਹਿੰਦੇ ਹਾਂ, ਕਨਿੰਗ। ਤਾਂ ਕਨਿੰਗ ਮਨੀ ਲੈਂਡਰ ਨੇ ਹੁਣ ਇੱਕ ਹੋਰ ਸੁਜੈਸ਼ਨ ਦਿੱਤੀ। ਕਹਿੰਦਾ ਚਲੋ ਆਪਾਂ ਨੇ ਡਿਸਾਈਡ ਕਰਦੇ ਹੈਗੇ, ਲੈਟ ਪ੍ਰੋਵੀਡੈਂਸ ਡਿਸਾਈਡ ਦਾ ਮੈਟਰ। ਪਰਮਾਤਮਾ ਆਪਣੇ ਇਸ ਮਾਮਲੇ ਨੂੰ ਨਜਿੱਠੇਗਾ, ਆਪਾਂ ਉਹਦੇ ਤੇ ਛੱਡ ਦਿੰਦੇ ਹਾਂ, ਜੋ ਉਹ ਫੈਸਲਾ ਕਰੇਗਾ ਉਹ ਹੋਏਗਾ। He told them that he would put a black pebble and a white pebble into an empty money bag. ਕਹਿੰਦਾ ਇੱਕ ਖਾਲੀ ਪੈਸਿਆਂ ਵਾਲਾ ਥੈਲਾ ਮੇਰੇ ਕੋਲ, ਉਹਦੇ ਵਿੱਚ ਮੈਂ ਇੱਕ ਕਾਲਾ ਪੱਥਰ ਪਾਉਂਗਾ, ਇੱਕ ਉਹਦੇ ਵਿੱਚ ਮੈਂ ਚਿੱਟਾ ਪੱਥਰ ਰੱਖੂੰਗਾ। Then the girl would have to pick one pebble from the bag. ਕੁੜੀ ਨੇ ਥੈਲੇ ਦੇ ਵਿੱਚੋਂ ਇੱਕ ਪੱਥਰ ਨੂੰ ਬਾਹਰ ਕੱਢਣਾ ਹੈਗਾ। If she picked the black pebble, she would become his wife. ਜੇ ਕੁੜੀ ਨੇ ਕਾਲਾ ਪੱਥਰ ਬਾਹਰ ਕੱਢ ਲਿਆ ਤਾਂ ਉਹ ਉਹਦੀ ਪਤਨੀ ਬਣ ਕੇ ਰਹੇਗੀ। And her father's debt would be written off. ਤੇ ਉਹਦੇ ਪਿਤਾ ਦਾ ਕਰਜ਼ਾ ਜਿਹੜਾ ਹੈਗਾ ਉਹ ਮਾਫ ਹੋ ਜਾਏਗਾ। ਉਹਨੂੰ ਆਪਾਂ ਇਹ ਕਹੀਏ ਕਿ ਜੋ ਵਹੀ ਖਾਤਿਆਂ ਦੇ ਉੱਪਰ ਲਿਖਿਆ ਹੋਇਆ ਹੈਗਾ, ਜੋ ਲਿਖਿਆ ਹੋਇਆ ਰਿਟਨ ਆਫ ਹੁੰਦਾ, ਉਹ ਇਰੇਜ਼ ਕਰ ਦਿੱਤਾ ਜਾਏਗਾ, ਉਹਨੂੰ ਡਿਲੀਟ ਕਰ ਦਿੱਤਾ ਜਾਏਗਾ। If she picked the white pebble, she need not marry him, and her father's debt would still be written off. ਤੇ ਜੇ ਉਹਨੇ ਚਿੱਟਾ ਪੱਥਰ ਕੱਢ ਲਿਆ, ਠੀਕ ਹੈ, ਫਿਰ ਉਹਨੂੰ ਵਿਆਹ ਕਰਨ ਦੀ ਲੋੜ ਵੀ ਨਹੀਂ ਹੈਗੀ ਹੈ ਤੇ ਉਹਦੇ ਪਿਤਾ ਦਾ ਕਰਜ਼ਾ ਫਿਰ ਵੀ ਮਾਫ ਹੋ ਜਾਏਗਾ। But if she refused to pick a pebble, her father would be thrown into jail. ਪਰ ਤੀਜੀ ਕੰਡੀਸ਼ਨ ਹੋਰ ਰੱਖਦੀ ਬੇਟੇ, ਕਹਿੰਦਾ ਜੇ ਕੁੜੀ ਨੇ ਪੱਥਰ ਚੱਕਣ ਤੋਂ ਇਨਕਾਰ ਕਰ ਦਿੱਤਾ, she refused to pick a pebble, father would be thrown into jail. ਫਿਰ ਇਹਦੇ ਪਿਤਾ ਨੂੰ ਮੈਂ ਜੇਲ੍ਹ ਦੇ ਵਿੱਚ ਸੁੱਟ ਦੂੰਗਾ। ਤਾਂ ਮਤਲਬ ਕੀ ਹੋਇਆ, ਇੱਕ ਕਹਿੰਦਾ ਮੈਂ ਕਾਲਾ ਪੱਥਰ ਰੱਖੂੰਗਾ, ਇੱਕ ਵਾਈਟ ਰੱਖੂੰਗਾ, ਠੀਕ ਹੈ। ਬੈਗ ਦੇ ਵਿੱਚੋਂ ਇਹਨੇ ਕੱਢਣਾ ਹੋਊਗਾ। ਜੇ ਵਾਈਟ ਪੱਥਰ ਕੱਢ ਲਿਆ, ਠੀਕ ਹੈ, ਜੇ ਬਲੈਕ ਪੱਥਰ ਕੱਢ ਲਿਆ ਤਾਂ ਉਹਨੂੰ ਮੇਰੀ ਪਤਨੀ ਬਣਨਾ ਪਊਗਾ ਤੇ ਕਰਜ਼ਾ ਮਾਫ ਹੋ ਜਾਏਗਾ। ਜੇ ਵਾਈਟ ਪੈਬਲ ਕੱਢ ਲਿਆ ਫਿਰ ਉਹਨੂੰ ਮੇਰੀ ਪਤਨੀ ਬਣਨ ਦੀ ਲੋੜ ਨਹੀਂ, ਤਾਂ ਵੀ ਕਰਜ਼ਾ ਮਾਫ ਹੋ ਜਾਏਗਾ। ਪਰ ਜੇ ਉਹਨੇ ਕਿਹਾ ਕਿ ਮੈਂ ਕੋਈ ਵੀ ਪੱਥਰ ਨਹੀਂ ਕੱਢਣਾ, ਜੇ ਉਹ ਕਹਿੰਦੀ ਹੈ ਕਿ ਮੈਂ ਇਹ ਖੇਡ ਹੀ ਨਹੀਂ ਖੇਡਣੀ ਹੈਗੀ, ਠੀਕ ਹੈ, ਤਾਂ ਉਹਦੇ ਪਿਤਾ ਨੂੰ ਜੇਲ੍ਹ ਸੁੱਟ ਦਿੱਤਾ ਜਾਏਗਾ। They were standing on a pebble-strewn path in farmer's field. ਉਹ ਜਿੱਥੇ ਖੜੇ ਸੀ ਉੱਥੇ ਜੋ ਰਸਤਾ ਸੀ ਉਹ ਪੱਥਰਾਂ ਦਾ ਬਣਿਆ ਹੋਇਆ ਰਸਤਾ ਸੀ, ਉਸੇ ਕਿਸਾਨ ਦਾ ਖੇਤ ਸੀ ਉਹ। As they talked, the money lender bent over to pick two pebbles. ਜਦੋਂ ਉਹ ਗੱਲਾਂ ਕਰ ਰਹੇ ਸੀ, ਉਹ ਦੱਸ ਰਿਹਾ ਸੀ, ਕਹਿ ਰਿਹਾ ਸੀ, ਤਾਂ
ਮਨੀ ਲੈਂਡਰ ਨੀਚੇ ਝੁਕਿਆ 2 ਪੱਥਰ ਚੁੱਕਣ ਦੇ ਲਈ। As he picked them up, the sharp-eyed girl noticed that he had picked up 2 black pebbles and put them into the bag. ਉਹ ਮਕਾਰ ਸੀ ਬੇਟੇ, ਉਹ ਚਲਾਕ ਬਹੁਤ ਸੀਗਾ, ਤਾਂ ਉਹਨੇ ਕੀ ਕੀਤਾ, ਉਹਨੇ ਦੋਵੇਂ ਕਾਲੇ ਪੱਥਰ ਚੱਕ ਲਏ। ਮਤਲਬ ਕੀ ਹੈਗਾ, ਜਦੋਂ ਹੁਣ ਕੁੜੀ ਬਾਹਰ ਕੱਢੋਗੇ ਪੱਥਰ ਕਾਲਾ ਹੀ ਨਿਕਲੂਗਾ, ਕਾਲਾ ਪੱਥਰ ਨਿਕਲੂਗਾ ਤਾਂ ਵਿਆਹ ਕਰਾਉਣਾ ਪਊਗਾ, ਰਾਈਟ। ਵਾਈਟ ਪੱਥਰ ਤਾਂ ਉਹਨੇ ਵਿੱਚ ਪਾਇਆ ਹੀ ਨਹੀਂ ਹੈਗਾ। ਤੇ ਕੁੜੀ ਨੇ ਇਸ ਚੀਜ਼ ਨੂੰ ਨੋਟਿਸ ਕਰ ਲਿਆ, ਉਹਨੇ ਦੇਖ ਲਿਆ। ਸ਼ਾਰਪ ਆਈਡ ਗਰਲ ਨੋਟਿਸਡ। Then he asked the girl to pick a pebble from the bag. ਤੇ ਹੁਣ ਉਹਨੇ ਕੁੜੀ ਨੂੰ ਕਿਹਾ ਕਿ ਚੱਲ ਹੁਣ ਤੂੰ ਇਸ ਬੈਗ ਦੇ ਵਿੱਚੋਂ ਪੱਥਰ ਕੱਢ। ਠੀਕ ਹੈ, ਤਾਂ ਉਹ ਕਹਿੰਦੇ ਨਾ ਪ੍ਰੋਵੀਡੈਂਸ, ਆਪਾਂ ਨਹੀਂ ਫੈਸਲਾ ਕਰਦੇ, ਹੁਣ ਫੈਸਲਾ ਆਪਾਂ ਕਿਸਮਤ ਤੇ ਛੱਡ ਦਿੰਦੇ ਹਾਂ। ਚਲੋ ਦੇਖਦੇ। Now imagine you were standing in the field. ਹੁਣ ਸੋਚੋ, ਕਹਿੰਦਾ ਉਸ ਫੀਲਡ ਦੇ ਵਿੱਚ ਉਸ ਕੁੜੀ ਦੀ ਥਾਂ ਤੇ ਤੁਸੀਂ ਹੋ। What would you have done if you had been the girl? ਜੇ ਤੁਸੀਂ ਉਸ ਕੁੜੀ ਦੀ ਜਗ੍ਹਾ ਹੋ, ਤੁਸੀਂ ਕੀ ਕਰੋ? If you had to advise her, what would you have told her? ਜੇ ਤੁਹਾਨੂੰ ਉਹ ਕੁੜੀ ਨੂੰ ਸਲਾਹ ਵੀ ਦੇਣੀ ਪਵੇ, ਤੁਸੀਂ ਕੀ ਸਲਾਹ ਦਿਓਗੇ? ਦੇਖੋ ਬੇਟੇ, ਕੁੜੀ ਨੇ ਦੇਖ ਲਿਆ ਦੋਹੇ ਪੱਥਰ ਕਾਲੇ ਨੇ, ਰਾਈਟ। ਵਾਈਟ ਪੱਥਰ ਨਿਕਲਣ ਦੀ ਤਾਂ ਪੋਸੀਬਿਲਿਟੀ ਵੀ ਨਹੀਂ ਹੈਗੀ। ਬਲੈਕ ਪੱਥਰ ਆਏਗਾ ਤਾਂ ਕੁੜੀ ਨੂੰ ਉਹਦੇ ਨਾਲ ਵਿਆਹ ਕਰਨਾ ਪਏਗਾ। ਹੁਣ ਦੂਜੀ ਗੱਲ, ਕੁੜੀ ਇਹ ਵੀ ਨਹੀਂ ਕਹਿ ਸਕਦੀ ਕਿ ਮੈਂ ਇਹ ਪੱਥਰ ਚੁਣਨਾ ਹੀ ਨਹੀਂ ਹੈਗਾ, ਮੈਂ ਇਹ ਖੇਡ ਹੀ ਨਹੀਂ ਖੇਡਣੀ, ਉਹ ਵੀ ਨਹੀਂ ਕਹਿ ਸਕਦੀ। ਕਿਉਂ? ਨਹੀਂ, ਫਿਰ ਉਹਦੇ ਫਾਦਰ ਨੂੰ ਕੀ ਹੋਏਗਾ, ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਏਗਾ ਜੇ ਉਹ ਰਿਫਿਊਜ਼ ਕਰੇਗੀ। ਤਾਂ ਇਹ ਹੈ ਸਿਚੁਏਸ਼ਨ ਬੇਟਾ, ਜਿੱਥੇ ਫਿਰ ਵੀ ਹੈਵ ਟੂ ਥਿੰਕ ਆਊਟ ਆਫ ਦਾ ਬਾਕਸ, ਸਾਨੂੰ ਹਟ ਕੇ ਸੋਚਣਾ ਪੈਂਦਾ, ਅਲੱਗ ਤਰੀਕੇ ਨਾਲ ਸੋਚਣਾ ਪੈਂਦਾ। ਕੇਅਰਫੁਲ ਐਨਾਲਿਸਿਸ ਵੁੱਡ ਪ੍ਰੋਡਿਊਸ 3 ਪੋਸੀਬਿਲਿਟੀਜ਼। ਹੁਣ 3 ਪੋਸੀਬਿਲਿਟੀਜ਼ ਬਣਦੀਆਂ ਨੇ। ਠੀਕ ਹੈ, ਕੀ ਪੋਸੀਬਿਲਿਟੀਜ਼ ਬਣਦੀਆਂ ਨੇ? ਗਰਲ ਸ਼ੁੱਡ ਰਿਫਿਊਜ਼ ਟੂ ਟੇਕ ਅ ਪੈਬਲ। ਪਹਿਲੀ ਕਿ ਕੁੜੀ ਰਿਫਿਊਜ਼ ਕਰ ਦੇ, ਕਿਉਂਕਿ ਉਹ ਦੇਖ ਚੁੱਕੀ ਹੈ ਦੋਹੇ ਕਾਲੇ ਪੱਥਰ ਨੇ, ਉਹ ਰਿਫਿਊਜ਼ ਕਰ ਦੂਗੀ। ਗਰਲ ਸ਼ੁੱਡ ਸ਼ੋ ਦੈਟ ਦੇ ਵਰ 2 ਬਲੈਕ ਪੈਬਲਸ ਇਨ ਦਾ ਬੈਗ ਐਂਡ ਐਕਸਪੋਜ਼ ਦਾ ਮਨੀ ਲੈਂਡਰ ਐਜ਼ ਅ ਚੀਟ। ਕੁੜੀ ਸਾਰਿਆਂ ਦੇ ਸਾਹਮਣੇ ਇਹ ਦੱਸ ਸਕਦੀ ਹੈਗੀ ਕਿ ਇਹਦੇ ਵਿੱਚ 2 ਕਾਲੇ ਪੱਥਰ ਨੇ ਤੇ ਮਨੀ ਲੈਂਡਰ ਨੂੰ ਇੱਕ ਧੋਖੇਬਾਜ਼ ਦੇ ਤੌਰ ਤੇ ਐਕਸਪੋਜ਼ ਕਰ ਸਕਦੀ ਹੈ, ਸਾਹਮਣੇ ਲਿਆ, ਉਹ ਧੋਖਾ ਸਾਹਮਣੇ ਲਿਆ ਸਕਦੀ ਹੈ। Girl should pick a black pebble and sacrifice herself in order to save her father from death and imprisonment. ਤਾਂ ਕੁੜੀ ਕਾਲਾ ਪੱਥਰ ਚੂਜ਼ ਕਰ ਸਕਦੀ ਹੈ। ਤੀਜੀ ਪੋਸੀਬਿਲਿਟੀ ਹੈ ਕਿ ਉਹਨੂੰ ਕੁਰਬਾਨੀ ਦੇ ਦੇਗੀ ਉਹ ਆਪਣੇ ਪਿਤਾ ਨੂੰ ਬਚਾਉਣ ਦੇ ਲਈ ਕਰਜ਼ੇ ਤੋਂ ਤੇ ਇੰਪ੍ਰਿਜ਼ਨਮੈਂਟ। ਤਾਂ ਆਹੀ 3 ਪੋਸੀਬਿਲਿਟੀਜ਼ ਹੈਗੀਆਂ ਨੇਗੀਆਂ। ਜਾਂ ਤਾਂ ਕੁੜੀ ਰਿਫਿਊਜ਼ ਕਰ ਦੂਗੀ, ਜਾਂ ਉਹ ਸਾਰਿਆਂ ਦੇ ਸਾਹਮਣੇ ਇਸ ਚੀਜ਼ ਨੂੰ ਲੈ ਆਏਗੀ ਕਿ ਇਹ ਬੰਦਾ ਚੀਟਰ ਹੈਗਾ, ਇਹਨੇ ਦੋਵੇਂ ਕਾਲੇ ਪੱਥਰ ਪਾਏ ਨੇ, ਜਾਂ ਉਹ ਚੁੱਪਚਾਪ ਸਾਰਾ ਕੁਝ ਸਹਿ ਲੇਗੀ ਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਗੀ ਆਪਣੇ ਪਿਤਾ ਵਾਸਤੇ। Take a moment to ponder over the story. ਹੁਣ ਕਹਿੰਦਾ ਪੂਰੀ ਕਹਾਣੀ ਦੇ ਬਾਰੇ ਚ ਦੁਬਾਰਾ ਸੋਚੋ। ਪੌਂਡਰ ਓਵਰ ਹੁੰਦਾ ਹੈਗਾ ਬੇਟੇ ਦੁਬਾਰਾ ਸੋਚਣਾ, ponder over to think. The above story is used with the hope that it will make us appreciate the difference between literal and logical thinking. ਇਹ ਕਹਾਣੀ ਇੱਥੇ ਤਾਂ ਹੀ ਦਿੱਤੀ ਗਈ ਹੈਗੀ ਤਾਂ ਕਿ ਅਸੀਂ ਸਮਝ ਸਕੀਏ ਕਿ ਕੀ ਡਿਫਰੈਂਸ ਹੁੰਦਾ ਹੈਗਾ ਲਿਟਰਲ ਤੇ ਲੌਜੀਕਲ ਥਿੰਕਿੰਗ ਦਾ। The girl's dilemma cannot be solved with traditional logical thinking. देखो लॉजिकल ਜਿਹੜੀ ट्रेडिशनल थिंकिंग ਆ ਉਹ ਤਾਂ ਇਹੀ ਹੈ ਜਿਹੜੀਆਂ ਆਪਾਂ 3 ਚੀਜ਼ਾਂ ਪੜ੍ਹੀਆਂ ਨੇ, ਜਾਂ ਤਾਂ ਕੁੜੀ ਰਿਫਿਊਜ਼ ਕਰ ਦੇਗੀ, ਜਾਂ ਉਹ ਕੁੜੀ ਸੈਕਰੀਫਾਈਸ ਕਰ ਦੇਗੀ ਆਪਣੇ ਆਪ ਨੂੰ, ਜਾਂ ਉਹ ਸਾਰਿਆਂ ਦੇ ਸਾਹਮਣੇ ਮਨੀ ਲੈਂਡਰ ਨੂੰ ਐਕਸਪੋਜ਼ ਕਰ ਦੇਗੀ। Think of the consequences if she chooses the above logical answers. ਠੀਕ ਹੈ, ਪਰ ਫਿਰ ਹੁਣ ਆਪਾਂ consequences ਵੀ ਦੇਖੀਏ। consequences ਕੀ ਹੋਣਗੇ? ਜੇ ਰਿਫਿਊਜ਼ ਕਰਦੀ ਹੈਗੀ ਤਾਂ ਉਹਦੇ ਫਾਦਰ ਨੂੰ ਜੇਲ੍ਹ ਹੋ ਜਾਏਗੀ। ਠੀਕ ਹੈ, ਜੇ ਉਹ ਐਕਸੈਪਟ ਕਰਦੀ ਹੈਗੀ ਤਾਂ ਫਿਰ ਉਹ ਹਮੇਸ਼ਾ ਲਈ ਇੱਕ ਬੁੱਢੇ ਆਦਮੀ ਦੀ ਵਾਈਫ ਬਣ ਕੇ ਰਹਿ ਜਾਏਗੀ। What would you recommend the girl to do? ਤੁਸੀਂ ਕੀ ਰਿਕਮੈਂਡ ਕਰੋਗੇ ਜੇ ਤੁਹਾਨੂੰ ਕਿਹਾ ਜਾਵੇ ਕਿ ਕੁੜੀ ਨੂੰ ਕੋਈ ਸਲਾਹ ਦਿਓ, ਕੀ ਸਲਾਹ ਦਿਓਗੇ? This is what the girl actually did. ਹੁਣ ਕੁੜੀ ਨੇ ਕੀ ਕੀਤਾ? This is what the girl actually did. Girl put her hand into the money bag and drew out a pebble. ਕੁੜੀ ਨੇ ਆਪਣਾ ਹੱਥ ਬੈਗ ਦੇ ਵਿੱਚ ਪਾਇਆ ਤੇ ਇੱਕ ਪੱਥਰ ਕੱਢਿਆ। Without looking at it, she fumbled and let it fall onto the pebble-strewn path. बिना पत्थर वाल देखे, ठीक है, she fumbled, वो लड़खड़ा गई, ठीक है, अड़क गई जिवें आपां कह दईए, ठीक है। Let it fall onto the pebble-strewn path ते ਉਹਨੂੰ ਪੱਥਰਾਂ ਦੇ ਉੱਪਰ, ਕਿਉਂਕਿ ਨੀਚੇ ਵੀ ਤਾਂ ਪੱਥਰ ਹੀ ਪਏ ਨੇ ਨਾ, ਉਹਨੇ ਹੱਥ ਵਾਲਾ ਪੱਥਰ ਵੀ ਏਦਾਂ ਸ਼ੋਅ ਕੀਤਾ ਕਿ ਮੈਂ ਧੂਹ ਡਿੱਗ ਪਿਆ। Where it immediately became lost among the other pebbles. ਹੁਣ ਜਦੋਂ ਪੱਥਰ ਨੀਚੇ ਗਿਰਿਆ, ਨੀਚੇ ਗਿਰਨ ਸਾਰ ਉਹ ਬਾਕੀ ਪੱਥਰਾਂ 'ਚ ਰਲ ਗਿਆ। Oh how clumsy of me, she said. Oh ਕਹਿੰਦੀ ਕਿੰਨੀ ਬੇਵਕੂਫ ਆ ਮੈਂ।
But never mind, if you look into the bag for the one that is left, you will be able to tell which pebble I picked. ਪਰ ਚਲੋ ਕੋਈ ਗੱਲ ਨਹੀਂ, ਕਹਿੰਦੀ ਏਦਾਂ ਕਰੋ ਥੈਲੇ ਦੇ ਵਿੱਚ ਦੇਖ ਲਓ ਜਿਹੜਾ ਪੱਥਰ ਰਹਿ ਗਿਆ, ਠੀਕ ਹੈ, ਉਹ ਦੱਸ ਦਿਓ ਕਿਹੜਾ ਰਹਿ ਗਿਆ, ਇਹਦਾ ਮਤਲਬ ਹੈਗਾ ਦੂਜਾ ਪੱਥਰ ਮੈਂ ਚੂਜ਼ ਕੀਤਾ ਸੀਗਾ, ਰਾਈਟ। ਹੁਣ ਸਮਝ ਆਈ ਬੇਟਾ ਹਾਊ डिफरेंटली द गर्ल रिएक्टेड, ठीक है, क्योंकि ਉਹਨੂੰ ਪਤਾ ਦੋਹੇ ਪੱਥਰ ਕਾਲੇ ਨੇ, ਕਾਲਾ ਪੱਥਰ ਉਹਦੇ ਹੱਥ ਦੇ ਵਿੱਚ ਆਉਣਾ ਹੀ ਸੀ, ਆਬਵੀਅਸਲੀ ਉਹਨੇ ਕਿਵੇਂ ਨਾ ਕਿਵੇਂ ਗਿਰਾਤਾ, ਠੀਕ ਹੈ, ਗਿਰਾ ਕੇ ਕਹਿੰਦੀ ਕੋਈ ਗੱਲ ਨਹੀਂ, ਕਹਿੰਦੀ ਹੁਣ ਮੈਨੂੰ ਤਾਂ ਪਤਾ ਨਹੀਂ ਮੇਰੇ ਹੱਥ 'ਚ ਕਿਹੜਾ ਪੱਥਰ ਆਇਆ ਸੀਗਾ, ਠੀਕ ਹੈ, ਤੁਸੀਂ ਦੇਖ ਲਓ ਜਿਹੜਾ ਦੂਜਾ ਪੱਥਰ ਹੈਗਾ ਉਹ ਦੱਸ ਦਿਓ ਉਹਦਾ ਰੰਗ ਕੀ ਹੈ, ਠੀਕ ਹੈ, ਤਾਂ ਇਹਦਾ ਮਤਲਬ ਜਿਹੜਾ ਦੂਜਾ ਪੱਥਰ ਸੀ ਉਹ ਮੇਰੇ ਕੋਲ ਸੀ, ਸਿੰਸ ਦਾ ਰਿਮੇਨਿੰਗ ਪੈਬਲ ਇਜ਼ ਬਲੈਕ, ਹੁਣ ਜਿਹੜਾ ਥੈਲੇ ਦੇ ਵਿੱਚ ਰਹਿ ਗਿਆ ਪੈਬਲ ਉਹ ਤਾਂ ਬਲੈਕ ਹੈ ਨਾ, it must be assumed that she had picked the white one, ਇਹਦਾ ਮਤਲਬ ਕੀ ਹੋਇਆ ਕਿ ਉਹਨੇ ਚਿੱਟਾ ਪੱਥਰ ਕੱਢਿਆ ਸੀ। ਹੁਣ ਲੋਕਾਂ ਨੂੰ ਥੋੜਾ ਪਤਾ ਬੇਟੇ ਕਿ ਉਹਨੇ ਦੋਹੇ ਪੱਥਰ ਕਾਲੇ ਪਾਏ ਨੇ, ਨਾ ਹੀ ਮਨੀ ਲੈਂਡਰ ਕਹਿ ਸਕਦਾ ਕਿ ਮੈਂ ਦੋਹੇ ਪੱਥਰ ਕਾਲੇ ਪਾਏ ਨੇ, ਠੀਕ ਹੈ, ਉਹ ਤਾਂ ਸਭ ਦੇ ਸਾਹਮਣੇ ਇਹ ਕਿਹਾ ਨਾ ਕਿ ਇੱਕ ਚਿੱਟਾ ਪੱਥਰ ਹੈ ਇੱਕ ਕਾਲਾ ਪੱਥਰ ਹੈ। ਹੁਣ ਜਦੋਂ ਬਾਹਰ ਕੱਢਿਆ ਦੂਜਾ ਪੱਥਰ ਉਹ ਕਾਲਾ ਸੀ ਤਾਂ ਕੀ ਐਜ਼ਿਊਮ ਕੀਤਾ ਗਿਆ ਬੇਟੇ, ਕੀ ਅੰਦਾਜ਼ਾ ਲਾਇਆ ਸਾਰਿਆਂ ਨੇ ਕਿ ਜਿਹੜਾ ਕੁੜੀ ਨੇ ਪੱਥਰ ਚੱਕਿਆ ਸੀ ਉਹ ਵਾਈਟ ਸੀ, ਤਾਂ ਵਾਈਟ ਪੱਥਰ ਚੱਕਣ ਦਾ ਕੀ ਸ਼ਰਤ ਸੀ ਕਿ ਕੁੜੀ ਨੂੰ ਬੁੱਢੇ ਨਾਲ ਵਿਆਹ ਵੀ ਨਹੀਂ ਕਰਾਉਣਾ ਪਏਗਾ ਤੇ ਉਹਦੇ ਫਾਦਰ ਦਾ ਡੈਟ ਵੀ ਕਲੀਅਰ ਹੋ ਜਾਏਗਾ। Since the moneylender dared not admit his dishonesty, the girl changed what seemed an impossible situation into an extremely advantageous one. ਹੁਣ ਮਨੀ ਲੈਂਡਰ ਇੰਨਾ ਹੌਸਲਾ ਥੋੜਾ ਸੀ ਮਨੀ ਲੈਂਡਰ ਦੇ ਵਿੱਚ ਕਿ ਆਪਣੀ ਬੇਈਮਾਨੀ ਸਭ ਦੇ ਸਾਹਮਣੇ ਦੱਸ ਦਿੰਦਾ, ਠੀਕ ਹੈ, ਤਾਂ ਉਸ ਕੁੜੀ ਨੇ ਇੱਕ ਇੰਪੋਸੀਬਲ ਸਿਚੁਏਸ਼ਨ ਨੂੰ ਬਿਲਕੁਲ ਚੇਂਜ ਕਰਤਾ, ਐਕਸਟ੍ਰੀਮਲੀ ਐਡਵਾਂਟੇਜਸ ਵਨ, ਠੀਕ ਹੈ। ਵਾਟ ਡਜ਼ ਦਿਸ ਸਟੋਰੀ ਟੀਚ ਅਸ, ਹੁਣ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲੀ, ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲੀ, ਇਜ਼ ਇਟ ਦੈਟ ਦ ਮੋਸਟ ਕੰਪਲੈਕਸ ਪ੍ਰੋਬਲਮਸ ਡੂ ਹੈਵ ਅ ਸੋਲੂਸ਼ਨ, ਕਿ ਇਹ ਸਿੱਖਿਆ ਮਿਲੀ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਕੰਪਲੈਕਸ ਪ੍ਰੋਬਲਮਸ ਵੀ ਸਾਡੀ ਲਾਈਫ 'ਚ ਆਉਂਦੀਆਂ ਨੇ ਉਹਨਾਂ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਹੁੰਦਾ ਹੈਗਾ, ਇਟ ਇਜ਼ ਓਨਲੀ ਦੈਟ ਵੀ ਡੋਂਟ ਅਟੈਂਪਟ ਟੂ ਥਿੰਕ ਇਨ ਦੈਟ ਡਾਇਰੈਕਸ਼ਨ, ਬਸ ਹੁੰਦਾ ਇਹ ਹੈ ਕਿ ਅਸੀਂ ਉਸ ਡਾਇਰੈਕਸ਼ਨ ਦੇ ਵਿੱਚ ਸੋਚਦੇ ਨਹੀਂ ਹੈਗੇ, ਜੇ ਅਸੀਂ ਉਸ ਡਾਇਰੈਕਸ਼ਨ ਦੇ ਵਿੱਚ ਸੋਚੀਏ ਨਾ ਤਾਂ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੈਗਾ। ਇਟ ਟੀਚਸ ਅਸ ਟੂ ਥਿੰਕ ਆਊਟ ਆਫ ਬਾਕਸ ਔਰ ਥਿੰਕ ਲਿਟਰਲੀ, ਤੇ ਇਸੇ ਲਿਟਰਲੀ ਤੇ ਇਸੇ ਚੀਜ਼ ਨੂੰ ਕਿਹਾ ਜਾਂਦਾ ਬੇਟਾ ਥਿੰਕ ਆਊਟ ਆਫ ਦਾ ਬਾਕਸ, ਠੀਕ ਹੈ, ਤਾਂ ਇਸੇ ਨੂੰ ਕਿਹਾ ਜਾਂਦਾ ਹੈਗਾ ਥਿੰਕਿੰਗ ਲਿਟਰਲੀ। ਵਾਟ ਇਜ਼ ਲਿਟਰਲ ਥਿੰਕਿੰਗ, lateral thinking is creative or non-linear thinking, ठीक है, एक linear thinking है, एक सीधी thinking है, बस सीधा सोच लिया सीधा सोच लिया, no, this is somewhat indirect, ये indirect way ਦੇ ਵਿੱਚ thinking है, it is thinking differently or doing something different, doing something that might be quite novel and unconventional in nature, ਠੀਕ ਹੈ, ਕੁਝ ਅਜਿਹਾ ਕਰਨਾ ਜੋ ਬਿਲਕੁਲ ਨਵਾਂ ਹੋਵੇ, ਜੋ ਹੁਣ ਤੱਕ ਕਿਸੇ ਨੇ ਕੀਤਾ ਨਾ ਹੋਵੇ ਤੇ ਜੋ ਕਨਵੈਨਸ਼ਨਲ ਨਾ ਹੋਵੇ, ਅਨਕਨਵੈਨਸ਼ਨਲ ਹੁੰਦਾ ਹੈਗਾ ਬੇਟਾ ਲੀਕ ਤੋਂ ਹਟ ਕੇ, ਠੀਕ ਹੈ, ਬਿਲਕੁਲ ਪੁਰਾਣੇ ਵਿਚਾਰਾਂ ਦੇ ਨਾਲੋਂ ਅਲੱਗ ਹੋ ਕੇ। ਅਕੋਰਡਿੰਗ ਟੂ ਐਡਵਰਡ ਡੀ ਬੋਨੋ who propagated this notion, ਤਾਂ ਲੇਟਰਲ ਥਿੰਕਿੰਗ ਦੀ ਜਿਹੜੀ ਧਾਰਨਾ ਸੀ ਬੇਟੇ ਉਹ ਕਿਹਨੇ ਪ੍ਰੋਪੇਗੇਟ ਕੀਤੀ ਹੈਗੀ, ਐਡਵਰਡ ਡੀ ਬੋਨੋ। ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ, ਤਾਂ ਉਹ ਕੀ ਕਹਿੰਦਾ, ਕਹਿੰਦਾ ਇੰਟੈਲੀਜੈਂਸ ਤਾਂ ਸਾਡੇ ਸਾਰਿਆਂ ਦੇ ਵਿੱਚ ਹੁੰਦੀ ਹੈ, ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ, ਇੰਟੈਲੀਜੈਂਸ ਸਾਰਿਆਂ 'ਚ ਹੁੰਦੀ ਹੈ। ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ, ਉਸ ਪੋਟੈਂਸ਼ੀਅਲ ਨੂੰ ਯੂਜ਼ ਕਰਨਾ ਇੱਕ ਸਕਿੱਲ ਹੈ, ਠੀਕ ਹੈ, ਤੇ ਉਹ ਸਕਿੱਲ ਕਾਹਦੇ ਨਾਲ ਆਉਂਦੀ ਹੈ, ਥਿੰਕਿੰਗ ਦੇ ਨਾਲ, ਥਿੰਕਿੰਗ ਇਜ਼ ਅ ਸਕਿੱਲ, ਥਿੰਕਿੰਗ ਇੱਕ ਉਹ ਸਕਿੱਲ ਹੈ ਜਿਹਦੇ ਨਾਲ ਇਸ ਪੋਟੈਂਸ਼ੀਅਲ ਨੂੰ ਯੂਜ਼ ਕੀਤਾ ਜਾ ਸਕਦਾ ਹੈ। It channels our intelligence appropriately, ਠੀਕ ਹੈ, ਤਾਂ ਥਿੰਕਿੰਗ ਦੇ ਨਾਲ ਹੀ ਜਿਹੜੀ ਸਾਡੀ ਇੰਟੈਲੀਜੈਂਸ ਹੈਗੀ ਬੇਟਾ ਉਹ ਸਹੀ ਤਰੀਕੇ ਦੇ ਨਾਲ ਉਹਨੂੰ ਇੱਕ ਰਸਤਾ ਮਿਲਦਾ ਹੈਗਾ, ਤਾਂ ਆਪਾਂ ਇਹ ਕਹਿੰਦੇ ਹਾਂ ਬੇਟੇ ਦੇਖੋ ਬ੍ਰੇਨ ਤਾਂ ਸਾਰਿਆਂ ਦਾ ਹੁੰਦਾ ਹੈਗਾ, ਠੀਕ ਹੈ, ਆਪਾਂ ਇਹ ਕਹੀਏ ਕਿ ਨਿਊਟਨ ਤੋਂ ਪਹਿਲਾਂ ਕਿਹੜਾ ਕਿਸੇ ਨੇ ਧਰਤੀ ਦੇ ਉੱਪਰ ਸੇਬ ਡਿੱਗਦੇ ਦੇਖੇ ਨਹੀਂ ਸੀਗੇ, ਸੇਬ ਤਾਂ ਸ਼ੁਰੂ ਤੋਂ ਹੀ ਧਰਤੀ ਤੇ ਡਿੱਗ ਰਹੇ ਸੀਗੇ, ਇਹ ਨਿਊਟਨ ਸੀ ਜਿਹਨੇ ਜਿਹਨੇ he thought out of the box and he found the law of gravity, ਗੁਰੂਤਾਕਰਸ਼ਣ ਦਾ ਜਿਹੜਾ ਸੀ ਗ੍ਰੈਵਿਟੀ ਦਾ ਲਾਅ ਤਾਂ ਫਿਰ ਨਿਊਟਨ ਨੇ ਡਿਸਕਵਰ ਕੀਤਾ ਨਾ, ਉਸ ਤੋਂ ਪਹਿਲਾਂ ਵੀ ਤਾਂ ਐਪਲਸ ਡਿੱਗਦੇ ਸੀ, ਬੜੇ ਲੋਕਾਂ ਨੇ ਦੇਖੇ ਸੀਗੇ, ਬਟ ਜੋ ਮਤਲਬ ਇਹ ਹੈਗਾ ਕਿ ਬੇਟੇ ਇੰਟੈਲੀਜੈਂਸ ਹਰ ਇੱਕ ਕੋਲ ਹੁੰਦੀ ਹੈ, ਬਟ ਉਸ ਇੰਟੈਲੀਜੈਂਸ ਨੂੰ ਚੈਨਲਾਈਜ਼ ਕਰਨ ਦੇ ਲਈ ਕੀ ਚਾਹੀਦੀ ਹੈ, ਥਿੰਕਿੰਗ, ਥਿੰਕਿੰਗ ਵੀ ਕਿਹੜੀ ਡਿਫਰੈਂਟ ਥਿੰਕਿੰਗ, one may be a good thinker without being an intellectual and vice versa, ਇੱਕ
ਗੁੱਡ ਥਿੰਕਰ ਜਿਹੜਾ ਹੈਗਾ ਜ਼ਰੂਰੀ ਨਹੀਂ ਕਿ ਉਹ ਬਹੁਤ ਇੰਟੈਲੈਕਚੁਅਲ ਹੋਵੇ, ਠੀਕ ਹੈ, ਜਾਂ ਆਪਾਂ ਇਹ ਕਹੀਏ ਕਿ ਹਰ ਇੱਕ ਇੰਟੈਲੈਕਚੁਅਲ ਬਹੁਤ ਵੱਡਾ ਥਿੰਕਰ ਹੋਵੇ, ਇਹ ਵੀ ਨਹੀਂ ਹੁੰਦਾ ਹੈ। ਨੈਕਸਟ, here is another story that illustrates the use of lateral thinking। ਇੱਕ ਹੋਰ ਕਹਾਣੀ ਹੈ, ਬੜੀ ਇੰਟਰਸਟਿੰਗ ਹੈ ਸਟੋਰੀ ਦੇ ਵਿੱਚ, ਜੋ ਕਿ lateral thinking ਨੂੰ illustrate ਕਰਦੀ ਹੈ। A millionaire named Thomas walked into a popular bank in the middle of New York City and requested to speak to a loan officer। ਇੱਕ ਕਰੋੜਪਤੀ ਜਿਹਦਾ ਨਾਮ ਟਾਮਸ ਹੈ, ਉਹ ਇੱਕ ਬੈਂਕ ਦੇ ਵਿੱਚ ਗਿਆ, ਨਿਊਯਾਰਕ ਸਿਟੀ ਦੀ ਗੱਲ ਹੈ, ਤੇ ਉਹਨੇ ਕਿਹਾ ਕਿ ਮੈਂ ਲੋਨ ਆਫਿਸਰ ਦੇ ਨਾਲ ਗੱਲ ਕਰਨੀ। He didn't inform the staff to his immense riches, but he simply said that he was going away on business for a few weeks। ਉਹਨੇ ਸਟਾਫ ਨੂੰ ਇਹ ਨਹੀਂ ਦੱਸਿਆ ਕਿ ਮੈਂ ਕਰੋੜਪਤੀ ਬੰਦਾ ਜਾਂ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ, ਉਹਨੇ ਸਿੰਪਲੀ ਕਿਹਾ, ਕਹਿੰਦਾ ਮੈਂ ਕਿਸੇ ਬਿਜ਼ਨਸ ਦੇ ਲਈ ਕੁਝ ਹਫ਼ਤਿਆਂ ਦੇ ਲਈ ਬਾਹਰ ਜਾ ਰਿਹਾ, ਟੂ ਅਨਦਰ ਕੰਟਰੀ, ਹੋਰ ਕੰਟਰੀ ਦੇ ਵਿੱਚ, ਨੀਡਡ ਟੂ ਬੋਰੋ ਅ ਸਮਾਲ ਸਮ ਆਫ ਮਨੀ, ਦੈਟ ਇਜ਼ $5000, ਤੇ ਉਹਦੇ ਲਈ ਮੈਨੂੰ ਬਾਹਰ ਜਾਣ ਦੇ ਲਈ ਜਾਂ ਕਿਵੇਂ ਵੀ ਮੈਂ ਕੁਝ ਪੈਸੇ ਮੈਂ ਬੋਰੋ ਕਰਨੇ ਨੇ ਬੈਂਕ ਤੋਂ, ਤੇ $5000। ਬੈਂਕਸ ਆਲ ਬੀਇੰਗ ਬੈਂਕਸ, ਹੁਣ ਬੈਂਕਾਂ ਦਾ ਤਾਂ ਕੰਮ ਹੀ ਹੈ ਬੇਟੇ ਲੋਨ ਦੇਣਾ। ਦੇ ਇਮੀਡੀਏਟਲੀ ਆਸਕਡ ਫॉर ਸਿਕਿਉਰਿਟੀ ਔਨ ਦਾ ਲੋਨ। ਉਹ ਕਹਿੰਦੇ ਵੀ ਐਜ਼ ਸਿਕਿਉਰਿਟੀ ਕੀ ਰੱਖੇਗਾ, ਕਿਉਂਕਿ ਜਦੋਂ ਆਪਾਂ ਲੋਨ ਲੈਂਦੇ ਹਾਂ ਨਾ ਬੇਟੇ, ਆਪਾਂ ਨੂੰ ਕੋਈ ਨਾ ਕੋਈ ਚੀਜ਼, ਆਪਣੀ ਪ੍ਰੋਪਰਟੀ ਦੇ ਕਾਗਜ਼ ਜਾਂ ਆਪਣੇ ਘਰ ਦੇ ਕਾਗਜ਼ ਜਾਂ ਕੋਈ ਵੀ ਹੈ ਨਾ, ਆਪਾਂ ਨੂੰ ਉੱਥੇ ਸਿਕਿਉਰਿਟੀ ਦੇ ਤੌਰ ਤੇ ਦੇਣਾ ਪੈਂਦਾ ਹੈਗਾ। Thomas pointed out of the window to the shiny new Ferrari parked right in front of the bank। ਤਾਂ ਟਾਮਸ ਨੇ ਵਿੰਡੋ ਦੇ ਵਿੱਚੋਂ ਦੀ ਇਸ਼ਾਰਾ ਕੀਤਾ, ਕਹਿੰਦਾ ਮੇਰੀ ਫਰਾਰੀ ਗੱਡੀ ਖੜੀ ਹੈਗੀ, ਕਾਰ ਹੈ ਬੇਟੇ, ਕਾਰ ਹੈਗੀ ਇਹ ਫਰਾਰੀ, ਜਿਹੜੀ ਕਿ ਬੈਂਕ ਦੇ ਸਾਹਮਣੇ ਖੜੀ ਕੀਤੀ ਹੋਈ ਸੀ। He took the title paperwork and keys out of his pocket and slapped them down on the counter like a man on a mission। ਤਾਂ ਉਹਨੇ ਬੇਟੇ ਪੇਪਰ ਵਰਕ ਸਾਰਾ ਕੰਪਲੀਟ ਕੀਤਾ ਤੇ ਆਪਣੀ ਗੱਡੀ ਦੀਆਂ ਚਾਬੀਆਂ ਜੇਬ ਦੇ ਵਿੱਚੋਂ ਕੱਢ ਕੇ ਕਾਊਂਟਰ ਦੇ ਉੱਪਰ ਰੱਖ ਕੇ ਚਲਾ ਗਿਆ, $5000 ਲੈ ਕੇ ਲੋਨ, ਤੇ ਆਪਣੀ ਜਿਹੜੀ ਗੱਡੀ ਸੀਗੀ ਉਹਨੂੰ ਦੇ ਗਿਆ ਐਜ਼ ਅ ਸਿਕਿਉਰਿਟੀ। The staff went to work checking out the validity of his ownership and sure enough everything was checked out। ਤਾਂ ਸਟਾਫ ਨੇ ਸਾਰਾ ਕੁਝ ਚੈੱਕ ਕੀਤਾ ਕਿ ਸੱਚਮੁੱਚ ਇਹ ਕਾਰ ਇਹਦੀ ਹੈ, ਕਿਉਂਕਿ ਵੀ ਦੇਖਣਾ ਪੈਂਦਾ ਬੇਟੀ ਓਨਰਸ਼ਿਪ, ਉਹਦੇ ਕਾਗਜ਼ ਵਗੈਰਾ ਚੈੱਕ ਕੀਤੇ। ਐਂਡ ਆਫ ਕੋਰਸ which bank was going to turn down a $250,000 in collateral security for a mere $5000 loan। ਹੁਣ ਲੱਖਾਂ ਡਾਲਰ ਦੀ ਗੱਡੀ ਹੈਗੀ ਫਰਾਰੀ, 5000 ਦੇ ਲੋਨ ਪਿੱਛੇ ਕਿਹੜਾ ਬੈਂਕ ਕਹੇਗਾ ਕਿ ਅਸੀਂ ਇਹ ਗੱਡੀ ਨਹੀਂ ਰੱਖਣੀ ਹੈ। ਤਾਂ ਬੈਂਕ ਨੇ ਬੜੀ ਖੁਸ਼ੀ ਖੁਸ਼ੀ ਉਹ $5000 ਜਿਹੜੇ ਸੀਗੇ ਉਹਨੂੰ ਲੋਨ ਦੇ ਤੌਰ ਤੇ ਦੇ ਦਿੱਤੇ। Thomas left the bank with his $5000 and the bank employee took Thomas's keys and drove the brand new Ferrari down into the bank's underground garage। Thomas ਨੇ ਦਿੱਤਾ $5000 ਲਏ ਬੈਂਕ ਤੋਂ, ਤੇ ਬੈਂਕ ਇੰਪਲਾਈਜ਼ ਨੇ ਉਹਦੀ ਗੱਡੀ ਦੀਆਂ ਚਾਬੀਆਂ ਲਈਆਂ ਔਰ ਉਹਦੀ ਬ੍ਰਾਂਡ ਨਿਊ ਫਰਾਰੀ ਗੱਡੀ ਨੂੰ ਬੈਂਕ ਦੇ ਅੰਡਰਗਰਾਉਂਡ ਗੈਰਾਜ ਦੇ ਵਿੱਚ ਲਾਤਾ ਜਾ। He assured Thomas that it would be perfectly safe down there। ਔਰ ਉਹਨੇ ਦੱਸਿਆ, ਕਹਿੰਦੇ ਅਸੀਂ ਅੰਡਰਗਰਾਉਂਡ ਗੈਰਾਜ ਦੇ ਵਿੱਚ ਲਾ ਰਹੇ ਹਾਂ, ਪਰਫੈਕਟਲੀ ਇੱਥੇ ਸੇਫ ਰਹੇਗੀ ਤੇਰੀ ਗੱਡੀ। Thomas then left the bank and caught his flight to his faraway land। Thomas ਨੇ ਬੈਂਕ ਚੋਂ ਬਾਹਰ ਆਇਆ ਤੇ ਉਹਨੇ ਆਪਣੀ ਫਲਾਈਟ ਲਈ ਤੇ ਚਲਾ ਗਿਆ ਆਪਣੇ ਕੰਮ ਤੇ। Anyway, 2 weeks went by and sure enough the bank opened Monday morning to see Thomas stroll in and slap the $5000 he had borrowed back on the counter plus the interest which was around $15। 2 ਹਫ਼ਤਿਆਂ ਬਾਅਦ exactly Monday morning से Thomas बैंक आया और $5000 ਉਹਨੇ ਕਾਊਂਟਰ ਦੇ ਉੱਪਰ ਰੱਖੇ ਜੋ ਉਹਨੇ ਬੋਰੋ ਕੀਤੇ ਸੀਗੇ, ਔਰ ਉਹਦਾ ਵਿਆਜ ਜਿਹੜਾ ਸੀਗਾ $15 ਬਣਿਆ ਸੀ ਉਹ ਉਹਨੇ ਰੱਖਤਾ। Loan officer asked for the car to be brought round to the front of the bank and then asked Thomas a question। ਲੋਨ ਆਫਿਸਰ ਨੇ ਆਪਣੇ ਸਟਾਫ ਨੂੰ ਕਿਹਾ ਕਿ ਬਈ ਇਹਦੀ ਕਾਰ ਜਿਹੜੀ ਹੈਗੀ ਲੈ ਕੇ ਆਓ, ਗੱਡੀ ਬੈਂਕ ਦੇ ਬਾਹਰ ਖੜੀ ਕਰੋ ਤਾਂ ਕਿ ਇਹ ਲੈ ਕੇ ਜਾਵੇ। ਤੇ ਉਹਨੇ ਟਾਮਸ ਨੂੰ ਇੱਕ ਕੁਐਸਚਨ ਪੁੱਛਿਆ, our bank prides itself in details and customer services and while you were away we did a background check, it's a routine। ਤਾਂ ਆਫਿਸਰ ਨੇ ਕਿਹਾ, ਕਹਿੰਦਾ ਸਾਡਾ ਬੈਂਕ ਹਮੇਸ਼ਾ ਜਿਹੜੇ ਸਾਡੇ ਕਸਟਮਰ ਹੁੰਦੇ ਨੇਗੇ ਜਿਨ੍ਹਾਂ ਨੂੰ ਅਸੀਂ ਆਪਣੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਉਹਨਾਂ ਦੀ ਡਿਟੇਲ ਚੈੱਕ ਕਰਦਾ ਹੈ, ਠੀਕ ਹੈ। ਤੇ ਜਦੋਂ ਤੁਸੀਂ 2 ਹਫ਼ਤੇ ਗਏ ਹੋਏ ਸੀ ਨਾ ਤਾਂ ਅਸੀਂ ਤੁਹਾਡੀ ਬੈਕਗਰਾਉਂਡ ਚੈੱਕ ਕੀਤੀ। ਇਟਸ ਅ ਰੂਟੀਨ, ਇਹ ਸਾਡਾ ਰੂਟੀਨ ਵਰਕ ਹੁੰਦਾ ਕਿ ਆਪਣੇ ਕਸਟਮਰ ਦੀ ਅਸੀਂ ਬੈਕਗਰਾਉਂਡ ਦੇਖੀਏ ਕੌਣ ਸੀ ਕਿਵੇਂ ਸੀ। ਐਂਡ ਡਿਸਕਵਰਡ ਯੂ ਆਰ ਐਕਚੁਅਲੀ ਵਨ ਆਫ ਦ ਵੈਲਦੀਐਸਟ ਮੈਨ ਇਨ ਅਮਰੀਕਾ। ਤੇ ਅਸੀਂ ਇਹ ਡਿਸਕਵਰ ਕੀਤਾ ਕਿ ਤੁਸੀਂ ਤਾਂ ਅਮਰੀਕਾ ਦੇ ਸਭ ਤੋਂ ਜ਼ਿਆਦਾ ਅਮੀਰ ਆਦਮੀਆਂ ਦੇ ਵਿੱਚੋਂ ਇੱਕ ਹੋ। Why on earth would you need to borrow $5000? It just doesn't make sense। ਤੇ ਤੁਸੀਂ ਸਾਡੇ ਬੈਂਕ ਤੋਂ $5000 ਲੈਣ ਆਏ, ਇੰਨਾ ਕਰੋੜਪਤੀ ਬੰਦਾ ਹੋਵੇ
ਤੇ ਸਾਡੇ ਇੱਕ ਛੋਟੇ ਜਿਹੇ ਬੈਂਕ ਤੋਂ ਉਹ $5000 ਬੋਰੋ ਕਰਕੇ ਲੈ ਕੇ ਜਾਵੇ। Doesn't make sense, ਕਹਿੰਦਾ ਸਮਝ ਨਹੀਂ ਆਈ ਗੱਲ ਦੀ। Tom smiled, picked up the keys from the counter and said, Thomas ਮੁਸਕਰਾਇਆ, ਕੀਜ਼ ਚੁੱਕੀਆਂ ਉਹਨੇ ਕਾਊਂਟਰ ਤੋਂ ਆਪਣੀ ਗੱਡੀ ਦੀਆਂ ਤੇ ਕਹਿੰਦਾ, Can you tell me another way I could have parked my new Ferrari in the middle of New York for 2 weeks? For just $50? ਕਹਿੰਦਾ ਮੈਨੂੰ ਹੋਰ ਤਰੀਕਾ ਦੱਸ ਸਕਦੇ ਹੋ? ਆਪਣੀ ਬ੍ਰਾਂਡ ਨਿਊ ਫਰਾਰੀ ਨੂੰ ਨਿਊਯਾਰਕ ਦੇ ਵਿੱਚ 2 ਹਫ਼ਤਿਆਂ ਦੇ ਲਈ ਮੈਂ ਪਾਰਕ ਕਰਕੇ ਜਾਣਾ ਸੀ, ਕਿਤੇ ਖੜਾ ਕੇ ਜਾਣਾ ਸੀਗਾ, ਉਹ ਵੀ ਜਸਟ $15 ਦੇ ਲਈ, ਐਂਡ ਸਟਿਲ ਐਕਸਪੈਕਟ ਟੂ ਗੈਟ ਇਟ ਬੈਕ ਇਨ ਟੌਪ ਕੰਡੀਸ਼ਨ। ਔਰ ਸਭ ਤੋਂ ਵੱਡੀ ਗੱਲ, ਖੜਾ ਤਾਂ ਮੈਂ ਕਿਤੇ ਵੀ ਜਾਂਦਾ, ਪਰ ਜਿਸ ਕੰਡੀਸ਼ਨ ਦੇ ਵਿੱਚ, ਟੌਪ ਕੰਡੀਸ਼ਨ ਦੇ ਵਿੱਚ ਤੁਸੀਂ ਇਹਨੂੰ ਸੇਫਲੀ ਰੱਖਿਆ ਹੈਗਾ 2 ਹਫ਼ਤਿਆਂ ਦੇ ਲਈ, ਜੇ ਮੈਂ ਕਿਤੇ ਹੋਰ ਗੱਡੀ ਨੂੰ ਛੱਡ ਕੇ ਜਾਂਦਾ ਤਾਂ ਉਹ ਇਸ ਕੰਡੀਸ਼ਨ ਦੇ ਵਿੱਚ ਮੈਨੂੰ ਵਾਪਸ ਨਹੀਂ ਸੀ ਮਿਲਦੀ। With that, Thomas walked out of the door and the loan officer smiled a bigger smile. So this is beta thinking out of the box, different तरीके ਦੇ ਨਾਲ ਸੋਚਣਾ। Examples of applications of literal or non-linear thinking abound in several fields. ਅਲੱਗ-ਅਲੱਗ fields ਦੇ ਵਿੱਚ, ਬਹੁਤ ਸਾਰੇ fields ਦੇ ਵਿੱਚ ਏਦਾਂ ਦੀਆਂ examples ਮਿਲ ਜਾਂਦੀਆਂ ਨੇ। In cricket, Gary Becker introduced day-night matches and colorful balls and clothing, a departure from tradition that became so successful that the whole world of cricket adopted it. Cricket ਦੇ ਵਿੱਚ ਕੈਰੀ ਪੈਕਰ ਸੀ ਜਿਨੇ ਕਿ ਡੇ ਨਾਈਟ ਮੈਚਸ ਇੰਟਰੋਡਿਊਸ ਕੀਤੇ, ਔਰ ਫਿਰ ਉਹਨੇ ਦੱਸਿਆ ਕਿ ਡੇ ਤੇ ਨਾਈਟ ਦੇ ਮੈਚਸ ਦੀਆਂ ਬਾਲਸ ਦੇ ਕਲਰ ਅਲੱਗ-ਅਲੱਗ ਹੋਣਗੇ, ਕੱਪੜਿਆਂ ਦੇ ਰੰਗ ਅਲੱਗ ਹੋਣਗੇ। ਇਹ ਟ੍ਰੈਡੀਸ਼ਨਲ ਕ੍ਰਿਕਟ ਦੇ ਨਾਲੋਂ ਬਿਲਕੁਲ ਇੱਕ ਅਲੱਗ ਚੀਜ਼ ਸੋਚ ਸੀ ਤੇ ਸਕਸੈਸਫੁਲ ਵੀ ਹੋਈ ਤੇ ਸਾਰੇ ਕ੍ਰਿਕਟ ਵਰਲਡ ਨੇ ਇਹਨੂੰ ਐਕਸੈਪਟ ਵੀ ਕਰ ਲਿਆ। Australia recently experimented with 2 different captains for the test. ਆਸਟ੍ਰੇਲੀਆ ਨੇ ਹੁਣ ਪਿੱਛੇ ਦੀ ਐਕਸਪੈਰੀਮੈਂਟ ਕੀਤਾ ਕਿ ਉਹਨੇ ਟੈਸਟ ਮੈਚਸ ਦੇ ਲਈ 2 ਅਲੱਗ-ਅਲੱਗ ਕੈਪਟਨਸ ਲਾਏ, ਵਨਡੇ ਮੈਚਸ ਦੇ ਲਈ, ਟੈਸਟ ਐਂਡ ਵਨਡੇ ਮੈਚਸ ਦੇ ਲਈ ਅਲੱਗ-ਅਲੱਗ ਕੈਪਟਨਸ ਲਾਏ। Nowadays T20 ਮੈਚਸ have become a race. ਏਦਾਂ ਹੀ T20 ਮੈਚਸ ਇੱਕ ਨਵੀਂ ਚੀਜ਼ ਇਨੀਸ਼ੀਏਟ ਹੋਈ ਸੀ, ਇੱਕ ਨਵਾਂ ਇਨੀਸ਼ੀਏਟਿਵ ਸੀਗਾ ਕ੍ਰਿਕਟ ਦੇ ਵਿੱਚ ਤੇ ਉਹ ਚੀਜ਼ ਮਕਬੂਲ ਹੋ ਗਈ, ਉਹ ਚੀਜ਼ ਸਾਰਿਆਂ ਨੇ ਐਕਸੈਪਟ ਕਰ ਲਈ। Lateral thinking expert Edward de Bono says, with logic you start with certain ingredients, such as in chess you start out with given pieces. Lateral thinking expert Edward ਦਾ ਕਹਿਣਾ ਹੈਗਾ, ਕਹਿੰਦਾ logic ਜਦੋਂ ਹੁੰਦਾ ਹੈ ਨਾ, ਜਦੋਂ ਤੁਸੀਂ logically ਸੋਚਦੇ ਹੋਗੇ, you start with certain ingredients, ਉਦੋਂ ਤੁਹਾਡੇ ਕੋਲ already ਕੁਛ ਨਾ ਕੁਛ ਹੁੰਦਾ ਹੈਗਾ, ਤੁਹਾਡੇ ਕੋਲ ingredients ਹੁੰਦੇ ਨੇ, ਮਸਾਲੇ ਹੁੰਦੇ ਨੇ। ਜਿਵੇਂ ਚੈਸ ਦੇ ਵਿੱਚ you start out with given pieces, ਤੁਹਾਡੇ ਕੋਲ ਕੁਝ ਪੀਸਿਸ ਹੁੰਦੇ ਨੇ ਚੈਸ ਬੋਰਡ ਦੇ ਉੱਪਰ, ਤੁਸੀਂ ਉਹਨਾਂ ਦੇ ਨਾਲ ਹੀ ਚੱਲਦੇ ਹੋ, ਉਹਨਾਂ ਦੇ ਨਾਲ ਹੀ ਚਾਲ ਚੱਲਣੀ ਪੈਂਦੀ ਹੈ। ਬਟ what are those pieces? ਪਰ ਉਹ ਪੀਸਿਸ ਕੀ ਨੇ? ਇਨ ਮੋਸਟ ਰੀਅਲ ਲਾਈਫ ਸਿਚੁਏਸ਼ਨਸ ਪੀਸਿਸ ਆਰ ਨਾਟ ਗਿਵਨ। ਚੈਸ ਦੇ ਵਿੱਚ ਤਾਂ ਸਾਨੂੰ ਜਿਹੜੇ ਨੇਗੇ ਦਿੱਤੇ ਹੋਏ ਨੇਗੇ ਪੀਸ, ਅਸੀਂ ਉਹਨਾਂ ਦੇ ਨਾਲ ਹੀ ਚਾਲ ਚੱਲਦੇ ਹਾਂ, ਠੀਕ ਹੈ। ਬਟ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਕੋਈ ਪੀਸਿਸ ਨਹੀਂ ਦਿੱਤੇ ਹੁੰਦੇ, ਜਸਟ ਐਜ਼ਿਊਮ ਦੇ ਆਰ ਦੇਅਰ, ਬਸ ਸੋਚ ਲਓ ਕਿ ਇਹ ਪੀਸਿਸ ਸਾਡੇ ਕੋਲੇ ਹੈਗੇ ਨੇ, ਐਜ਼ਿਊਮ ਕਰੋ। ਵੀ ਐਜ਼ਿਊਮ ਸਰਟਨ ਪਰਸੈਪਸ਼ਨ ਕਨਸੈਪਟਸ ਐਂਡ ਬਾਉਂਡਰੀਜ਼। ਬਹੁਤੀਆਂ ਜਿਹੜੀਆਂ ਚੀਜ਼ਾਂ ਨੇ, ਬਹੁਤੀਆਂ ਮਸਲਿਆਂ ਦੇ ਹੱਲ ਉੱਥੋਂ ਹੀ ਨਿਕਲ ਆਉਂਦੇ ਨੇ ਜਦੋਂ ਅਸੀਂ ਐਜ਼ਿਊਮ ਕਰ ਲੈਂਦੇ ਹਾਂ। ਕੁਛ ਅਸੀਂ ਪਰਸੈਪਸ਼ਨਸ ਐਜ਼ਿਊਮ ਕਰਦੇ ਹਾਂ, ਕੁਛ ਧਾਰਨਾਵਾਂ ਐਜ਼ਿਊਮ ਕਰ ਲੈਂਦੇ ਹਾਂ, ਔਰ ਕੁਛ ਲਿਮਿਟੇਸ਼ਨ। One is always confusing conditioned thinking with creative thinking. One is always confusing conditioned thinking with creative thinking. ਹੁਣ ਬਹੁਤੇ ਲੋਕ ਜਿਹੜੇ ਹੈਗੇ ਨੇਗੇ ਉਹ ਕੰਡੀਸ਼ਨਡ ਥਿੰਕਿੰਗ ਨੂੰ ਕ੍ਰੀਏਟਿਵ ਥਿੰਕਿੰਗ ਦੇ ਨਾਲ ਕਨਫਿਊਜ਼ ਕਰ ਜਾਂਦੇ ਨੇ, ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਕੰਡੀਸ਼ਨਡ ਥਿੰਕਿੰਗ ਜਿਹੜੀ ਹੈ ਉਹੀ ਕ੍ਰੀਏਟਿਵ ਥਿੰਕਿੰਗ ਹੈ। De Bono explains that lateral thinking is concerned not with playing with the existing pieces but with seeking to change those very pieces. But Edward Bono कह रहे हैगा कि ना lateral thinking जो है it is concerned not with playing with the existing pieces. chess ਦੇ ਵਿੱਚ ਤਾਂ pieces ਦਿੱਤੇ ਹੋਏ ਨੇ, ਜਦੋਂ ਅਸੀਂ ਉਹਨਾਂ ਨਾਲ ਖੇਡਦੇ ਹਾਂ ਕੋਈ lateral thinking ਨਹੀਂ ਹੈ। lateral thinking ਉਦੋਂ ਹੈਗੀ ਜਦੋਂ ਅਸੀਂ play ਕਰ ਰਹੇ ਹਾਂਗੇ ਉਹਨਾਂ pieces ਦੇ ਨਾਲ ਜਿਹੜੇ ਉੱਥੇ ਹੈ ਹੀ ਨਹੀਂ। but with seeking to change those very pieces, it is concerned with the perception part of thinking, ਤੇ ਇਸੇ ਚੀਜ਼ ਨੂੰ perception part of thinking ਕਿਹਾ ਜਾਂਦਾ ਹੈਗਾ, ਸੋਚ ਕੇ ਖੇਡਣਾ, ਸਿਰਫ ਸੋਚਣਾ। ਤਾਂ ਇਹ ਚੈਪਟਰ ਸੀ ਬੇਟਾ ਐਡਵਰਡ ਐਡੋਪਟਡ ਫਰੋਮ ਐਨ ਆਰਟੀਕਲ, ਇੱਕ ਆਰਟੀਕਲ ਲਿਖਿਆ ਹੈਗਾ ਲੇਟਰਲ ਥਿੰਕਿੰਗ ਦੇ ਉੱਪਰ। ਐਡਵਰਡ ਡੀ ਬੋਨੋ ਵਾਜ਼ ਅ ਪ੍ਰੋਫੈਸਰ ਐਟ ਆਕਸਫੋਰਡ, a PhD in psychology. He wrote more than 40 books. He is known for propagating the art of lateral thinking. So this was all about your chapter, bete. Hope you have enjoyed the chapter. Thank you so much.